ਪੰਜਾਬ 'ਚ ਬੀਜੇਪੀ ਦੇ ਆਉਣ ਦਾ ਕੀ ਮਤਲਬ ਹੈ? ਕਿਸ ਦੇ ਨਾਲ ਫਸਵਾਂ ਮੁਕਾਬਲਾ ਹੋ ਸਕਦਾ ਹੈ? ਵੱਡੇ ਜੱਟ ਸਿੱਖ ਲੀਡਰ ਲੈ ਕੇ ਆ ਰਹੇ ਨੇ, ਸੈਲੀਬ੍ਰਿਟੀਜ਼ ਲੈ ਕੇ ਆ ਰਹੇ ਨੇ, ਸਾਨੂੰ ਪਤਾ ਲੱਗਿਆ। ਹੋਰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਬੀਜੇਪੀ ਦੀ ਪਲੈਨਿੰਗ ਆ। ਜਿਸ ਐਗਰੈਸ਼ਨ ਦੇ ਨਾਲ ਉਹ ਬਾਕੀ ਥਾਵਾਂ ਤੇ ਗਈ ਸੀ, ਉਸੇ ਐਗਰੈਸ਼ਨ ਦੇ ਨਾਲ ਇੱਥੇ ਆ ਰਹੀ ਹੈ। ਬੰਗਾਲ 'ਚ ਤਾਂ ਮਮਤਾ ਬੈਨਰਜੀ ਸੀ, ਪੰਜਾਬ 'ਚ ਕੌਣ ਬਣੇਗਾ ਮਮਤਾ ਬੈਨਰਜੀ? ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਪੰਜਾਬ ਦੇ ਅੰਦਰ ਬੀਜੇਪੀ ਨੂੰ ਕਾਊਂਟਰ ਕੌਣ ਕਰੇਗਾ? ਯਾਦਵਿੰਦਰ ਜੀ, ਪੰਜਾਬ 'ਚ ਬੀਜੇਪੀ ਦੇ ਆਉਣ ਦਾ ਕੀ ਮਤਲਬ ਹੈ? ਕਿਸ ਦੇ ਨਾਲ ਫਸਵਾਂ ਮੁਕਾਬਲਾ ਹੋ ਸਕਦਾ ਹੈ? ਦੇਖੋ, ਬੀਜੇਪੀ ਜਿੱਥੇ ਵੀ ਜਾਂਦੀ ਹੈ ਇੱਕ ਤਾਂ ਚਿਹਰਿਆਂ ਦੀ ਰਾਜਨੀਤੀ ਕਰਦੀ ਹੈਗੀ। ਔਰ 2014 'ਚ ਵੀ ਜਦੋਂ ਮੋਦੀ ਹੋਰੀ ਆ ਰਹੇ ਸੀ ਸੱਤਾ 'ਚ, ਉਦੋਂ ਵੀ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਚਿਹਰਿਆਂ ਦੀ ਰਾਜਨੀਤੀ ਕੀਤੀ ਔਰ ਉੱਥੋਂ ਦੇ ਕਾਸਟ ਰਿਲੀਜੀਅਸ ਕੰਬੀਨੇਸ਼ਨ ਨੂੰ ਸਮਝ ਕੇ ਉਹਨਾਂ ਲੋਕਾਂ ਨੂੰ ਸ਼ਾਮਲ ਕਰਾਉਂਦੀ ਹੈ। ਜਿਵੇਂ ਬੀਜੇਪੀ ਦਾ ਸਭ ਤੋਂ ਵਿਰੋਧ ਜੱਟ ਸਿੱਖਾਂ ਸੀਗੇ, ਜੇ ਆਪਾਂ ਕਿ ਕਿਸਾਨੀ ਸੀ, ਤੇ ਕਿਸਾਨੀ ਦਾ ਵੱਡਾ ਹਿੱਸਾ ਜਿਹੜਾ ਉਹ ਜੱਟ ਸਿੱਖ ਨੇ। ਹਾਲਾਂਕਿ ਅਦਰ ਵੀ ਨੇ, ਸੈਣੀ ਵੀ ਨੇ, ਦਲਿਤਾਂ ਕੋਲ ਵੀ ਜ਼ਮੀਨਾਂ ਨੇ, ਪਰ ਵੱਡਾ ਹਿੱਸਾ ਜਿਹੜਾ ਡੋਮੀਨੇਟ ਹਿੱਸਾ ਹੈਗਾ ਉਹ ਜੱਟ ਸਿੱਖ ਆ। ਤਾਂ ਜੱਟ ਸਿੱਖਾਂ ਨੂੰ ਹੀ ਬੀਜੇਪੀ ਨੇ ਸਭ ਤੋਂ ਪਹਿਲਾਂ ਟਾਰਗੇਟ ਕੀਤਾ। ਵੱਡੇ ਜੱਟ ਸਿੱਖ ਲੀਡਰ ਲੈ ਕੇ ਆ ਰਹੇ ਨੇ, ਸੈਲੀਬ੍ਰਿਟੀਜ਼ ਲੈ ਕੇ ਆ ਰਹੇ ਨੇ, ਸਾਨੂੰ ਪਤਾ ਲੱਗਿਆ। ਹੋਰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਬੀਜੇਪੀ ਦੀ ਪਲੈਨਿੰਗ ਆ। ਜਿਸ ਐਗਰੈਸ਼ਨ ਦੇ ਨਾਲ ਉਹ ਬਾਕੀ ਥਾਵਾਂ ਤੇ ਗਈ ਸੀ, ਉਸੇ ਐਗਰੈਸ਼ਨ ਦੇ ਨਾਲ ਇੱਥੇ ਆ ਰਹੀ ਹੈ। ਪਰ ਸਭ ਤੋਂ ਵੱਡਾ ਸਵਾਲ ਬੰਗਾਲ ਦਾ। ਬੰਗਾਲ 'ਚ ਤਾਂ ਮਮਤਾ ਬੈਨਰਜੀ ਸੀ, ਪੰਜਾਬ 'ਚ ਕੌਣ ਬਣੇਗਾ ਮਮਤਾ ਬੈਨਰਜੀ? ਮਮਤਾ ਬੈਨਰਜੀ ਦੇ ਭਤੀਜੇ ਤੇ ਈਡੀ ਦੀਆਂ ਰੇਡਾਂ ਹੋਈਆਂ। ਐਂਡ ਵਾਲੇ ਦਿਨਾਂ 'ਚ, ਚੋਣਾਂ ਦੇ ਦਿਨਾਂ 'ਚ CBI ਤੋਂ ਲੈ ਕੇ ਈਡੀ ਤੋਂ ਲੈ ਕੇ ਤਮਾਮ ਏਜੰਸੀਆਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਬਹਿਸੇ। ਮਮਤਾ ਖੁਦ ਧਰਨੇ ਤੇ ਬਹਿ ਗਏ ਸੀਗੇ। ਉਹਦੇ ਬਾਵਜੂਦ ਵੀ ਜਿੱਦਣ ਇਲੈਕਸ਼ਨ ਸੀ ਉਦੋਂ ਵੀ ਮਮਤਾ ਬੂਥ ਦੇ ਉੱਤੇ ਲੜੇ ਸੀਗੇ। ਪੰਜਾਬ ਦੇ ਅੰਦਰ ਅਜਿਹਾ ਕੌਣ ਲੀਡਰ ਹੈ ਜਿਹੜਾ ਮਮਤਾ ਬੈਨਰਜੀ ਵਰਗੇ ਰੋਲ 'ਚ ਆ ਸਕਦਾ ਬੀਜੇਪੀ ਨੂੰ ਕਾਊਂਟਰ ਕਰਨ ਲਈ? ਉਹਦੇ ਬਾਵਜੂਦ ਵੀ ਕਿ ਮਮਤਾ ਨੇ ਇੰਨੇ ਵੱਡੇ ਪੱਧਰ ਤੇ ਕਾਊਂਟਰ ਕੀਤਾ, ਬੀਜੇਪੀ ਦਾ 38% ਵੋਟ ਬਹੁਤ ਵੱਡਾ ਸ਼ੇਅਰ ਹੁੰਦਾ, ਜਦੋਂ ਕਿ 2016 ਦੀਆਂ ਚੋਣਾਂ ਨੇ, ਜਿਹੜੀਆਂ ਪਿਛਲੀਆਂ ਚੋਣਾਂ ਨੇ, ਉਦੋਂ ਉਹਦੇ 'ਚ 10% ਦੇ ਨੇੜੇ ਬੀਜੇਪੀ ਦਾ ਵੋਟ ਸ਼ੇਅਰ ਸੀਗਾ। ਯਾਨੀ ਟੋਟਲ ਵੋਟ ਦਾ 10% ਬੀਜੇਪੀ ਲੈ ਕੇ ਗਈ ਸੀ। ਤੇ 2021 'ਚ ਬੀਜੇਪੀ 38% ਲੈ ਕੇ ਜਾਂਦੀ ਹੈ। ਉਹ ਵੱਖਰੀ ਗੱਲ ਆ ਕਿ ਸੀਟਾਂ ਟਰਾਂਸਲੇਟ ਨਹੀਂ ਹੋਈਆਂ, ਜਿੰਨੀਆਂ ਸੀਟਾਂ ਬੀਜੇਪੀ ਨੂੰ ਆਉਣੀਆਂ ਚਾਹੀਦੀਆਂ ਸੀ 38% ਵੋਟ ਦੇ ਹਿਸਾਬ ਨਾਲ ਨਹੀਂ ਆਈਆਂ। ਪਰ ਪੰਜਾਬ ਦਾ ਡਾਇਨਾਮਿਕਸ ਹੋਰ ਤਰ੍ਹਾਂ ਦਾ। ਪੰਜਾਬ ਬੰਗਾਲ ਜਿੱਡਾ ਨਹੀਂ ਹੈਗਾ। ਪੰਜਾਬ ਛੋਟਾ ਸੂਬਾ, ਛੋਟੇ ਸੂਬੇ ਨੂੰ ਮੈਨੇਜ ਕਰਨਾ ਵੀ ਸੌਖਾ ਹੁੰਦਾ। ਤਾਂ ਬੀਜੇਪੀ ਸਾਮ ਦਾਮ ਡੰਡ ਵੇਦ ਸਾਰੇ ਘੋੜੇ ਖੋਲ੍ਹਣ ਵਾਲੀ ਜਿਹੜੀ ਗੱਲ ਹੁੰਦੀ ਹੈ, ਕਿਹਾ ਜਾਂਦਾ ਨਾ ਕਿ ਕ੍ਰਾਈਸਿਸ 'ਚ ਸਾਰੇ ਘੋੜੇ ਖੋਲ੍ਹ ਦਿੱਤੇ ਜਾਂਦੇ ਨੇ, ਤਾਂ ਬੀਜੇਪੀ ਹਰ ਤਰ੍ਹਾਂ ਦੇ ਘੋੜੇ ਖੋਲ੍ਹਣ ਨੂੰ ਵੀ ਤਿਆਰ ਆ, ਹਰ ਤਰ੍ਹਾਂ ਦੇ ਘੋੜੇ ਖਰੀਦਣ ਨੂੰ ਵੀ ਤਿਆਰ ਆ। ਇਸੇ ਕਰਕੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਪੰਜਾਬ ਦੇ ਅੰਦਰ ਬੀਜੇਪੀ ਨੂੰ ਕਾਊਂਟਰ ਕੌਣ ਕਰੇਗਾ? ਜਿੰਨੀ ਉਹਨਾਂ ਦੀ ਅਗਰੈਸਿਵ ਪੋਲਿਟਿਕਸ। ਹਾਲਾਂਕਿ ਦੋ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਬੀਜੇਪੀ ਸ਼ਹਿਰਾਂ ਦੀ ਪਾਰਟੀ ਹੈ, ਪਿੰਡਾਂ ਦੇ ਅੰਦਰ ਬੀਜੇਪੀ ਦਾ ਉਹ ਆਧਾਰ ਨਹੀਂ ਆ। ਔਰ ਪਿੰਡਾਂ ਦੇ ਅੰਦਰ ਹੀ ਕਿਸਾਨੀ ਦਾ ਨੈਰੇਟਿਵ ਸਭ ਤੋਂ ਵੱਡਾ ਨੈਰੇਟਿਵ ਆ, ਜਿਹੜਾ ਇੱਕ ਸਾਲ ਬੀਜੇਪੀ ਦੇ ਐਂਟੀ ਚੱਲਿਆ ਹੈਗਾ। ਉਹ ਇੱਕ ਬਹੁਤ ਵੱਡਾ ਨੈਰੇਟਿਵ ਆ ਜਿਹਦਾ ਨੁਕਸਾਨ ਬੀਜੇਪੀ ਨੂੰ ਹੋਏਗਾ ਹੀ ਹੋਏਗਾ। ਹਾਲਾਂਕਿ ਉਹਨਾਂ ਨੇ ਫੈਸਲਾ ਕਰਤਾ, ਪਰ ਕਿਸਾਨਾਂ 'ਚ ਬੀਜੇਪੀ ਦੇ ਪ੍ਰਤੀ ਇੱਕ ਸ਼ੱਕੀ ਮਾਹੌਲ ਬਣਿਆ ਹੋਇਆ। ਉਹਨਾਂ ਦੀ ਆਈਡੀਓਲੋਜੀ ਨੂੰ ਵੀ ਲੈ ਕੇ, RSS ਨੂੰ ਲੈ ਕੇ ਲਗਾਤਾਰ ਸਿੱਖਾਂ ਦੇ ਅੰਦਰ ਇੱਕ ਵੱਡੇ ਪੱਧਰ ਤੇ ਚਰਚਾ ਰਹੀ ਹੈ ਕਿ RSS ਸਿੱਖਾਂ ਬਾਰੇ ਕੀ ਸੋਚਦੀ ਹੈ, RSS ਸਿੱਖਾਂ ਬਾਰੇ ਠੀਕ ਨਹੀਂ ਸੋਚਦੀ। ਇਸ ਤਰ੍ਹਾਂ ਦੀਆਂ ਚਰਚਾਵਾਂ ਲੋਕਾਂ 'ਚ ਰਹੀਆਂ ਨੇ। ਸਿੱਖਾਂ ਦਾ ਇੱਕ ਵੱਡਾ ਨੈਰੇਟਿਵ ਇਹਦੇ 'ਤੇ ਵੀ ਰਿਹਾ। ਤਾਂ ਇਹਨਾਂ ਨੈਰੇਟਿਵਸ ਨੂੰ ਬੀਜੇਪੀ ਕਿਵੇਂ ਕੰਟਰੋਲ ਕਰਦੀ ਹੈ, ਕਿਵੇਂ ਕਾਊਂਟਰ ਕਰਦੀ ਹੈ? ਕਿਸਾਨਾਂ ਦੇ ਅੰਦਰ, ਪਿੰਡਾਂ ਦੇ ਅੰਦਰ ਬੀਜੇਪੀ ਕਿਵੇਂ ਜਾਂਦੀ ਹੈ? 2019 ਦੇਖ ਲਓ, 2014 ਦੇਖ ਲਓ। ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਕਿ ਜਿਹੜੇ ਲੋਕ ਬੀਜੇਪੀ ਨੂੰ ਸਹੀ ਜੱਜ ਨਹੀਂ ਕਰਨਗੇ ਉਹ ਖਤਾ ਖਾ ਜਾਣਗੇ। ਸ਼ਹਿਰਾਂ ਦੇ ਅੰਦਰ ਦੇਖੋ, ਅਕਾਲੀ ਦਲ ਦੇ ਨਾਲ ਬੀਜੇਪੀ ਲੜੀ, ਸਟ੍ਰਾਈਕ ਰੇਟ ਦੇਖੋ, 3 ਸੀਟਾਂ ਲੜੀ, 2 ਜਿੱਤ ਗਈ। ਤੇ ਦੂਜੇ ਪਾਸੇ ਤੁਸੀਂ ਦੇਖ ਲਓ, ਸ਼ਹਿਰਾਂ ਦੇ ਅੰਦਰ ਅਕਾਲੀ ਦਲ ਜਿੱਥੇ ਲੜ ਰਿਹਾ ਸੀਗਾ, ਉੱਥੇ ਵੀ ਆਨੰਦਪੁਰ ਦੇਖ ਲਓ, ਤੁਸੀਂ ਲੁਧਿਆਣੇ ਆ ਜਾਓ, ਬਾਕੀ ਥਾਵਾਂ ਤੇ ਦੇਖੋ, ਮੋਦੀ ਦੇ ਨਾਂ ਤੇ ਹਿੰਦੂ ਪੋਲਰਾਈਜੇਸ਼ਨ ਹੋਇਆ। ਹਿੰਦੂਆਂ ਦੇ ਇੱਕ ਵੱਡੇ ਹਿੱਸੇ ਨੇ ਜਾ ਕੇ ਬੀਜੇਪੀ ਨੂੰ ਵੋਟਾਂ ਪਾਈਆਂ। ਤਾਂ ਜੋ ਮੈਂ ਕਹਿਣਾ ਹੁੰਦਾ, ਪੰਜਾਬ ਦੀ ਰਾਜਨੀਤੀ ਹਿੰਦੂ ਨੂੰ ਡਰਾਉਣ ਦੀ ਰਾਜਨੀਤੀ ਰਹੀ ਹੈ, ਤਾਂ ਉਸ ਨੂੰ ਕੰਸੋਲੀਡੇਟ ਬੀਜੇਪੀ ਵੀ ਕਰੇਗੀ। ਬੀਜੇਪੀ ਨੇ ਇੰਨੇ ਐਗਰੈਸ਼ਨ ਨਾਲ ਕਦੇ ਉਹਨੂੰ ਕੰਸੋਲੀਡੇਟ ਨਹੀਂ ਕੀਤਾ, ਪਰ ਹੁਣ ਕੰਸੋਲੀਡੇਟ ਰਹੇਗੀ। ਔਰ ਇੱਥੇ ਆਰੀਆ ਸਮਾਜ ਦਾ ਬਹੁਤ ਵੱਡਾ ਪ੍ਰਭਾਵ ਰਿਹਾ ਹੈਗਾ ਪੰਜਾਬ ਦੇ ਅੰਦਰ, ਆਰੀਆ ਸਮਾਜ ਲਹਿਰ ਦਾ। ਤੇ ਬਹੁਤੇ ਲੋਕ ਤਾਂ ਇੱਥੋਂ ਤੱਕ ਕਹਿੰਦੇ, ਜਿਹੜੇ ਸਿੱਖ ਚਿੰਤਕ ਨੇ, ਕਿ ਆਰੀਆ ਸਮਾਜ ਤੇ RSS 'ਚ ਕੋਈ ਬਹੁਤਾ ਫਰਕ ਨਹੀਂ ਹੈਗਾ ਐਕਸਪੈਂਸ਼ਨ ਕਰਨ 'ਚ, ਆਪਣੀ ਪਲੈਨਿੰਗ ਨੂੰ ਲੈ ਕੇ। ਤਾਂ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਬੀਜੇਪੀ ਇੱਥੇ ਕਰੇਗੀ। ਸਵਾਲ ਸਭ ਤੋਂ ਵੱਡਾ ਇਹੀ ਹੈ ਕਿ ਪੰਜਾਬ ਦੀ ਮਮਤਾ ਬੈਨਰਜੀ ਤਾਂ ਇੱਕ ਬੀਬੀ ਹੈ, ਪੰਜਾਬ 'ਚ ਕੋਈ ਬੰਦਾ ਵੀ ਹੋ ਸਕਦਾ ਉਹ। ਪੰਜਾਬ ਦਾ ਮਮਤਾ ਬੈਨਰਜੀ ਕੌਣ ਹੋਏਗਾ?
ਪੰਜਾਬ ਦੇ ਅੰਦਰ ਮਮਤਾ ਬੈਨਰਜੀ ਵਾਂਗੂ ਲੜਨ ਵਾਲੀ ਰੀੜ੍ਹ ਦੀ ਹੱਡੀ ਕਿਸੇ ਲੀਡਰ ਕੋਲੇ ਹੈ? ਇਹ ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਪੰਜਾਬ ਦੇ ਅੰਦਰ ਮਮਤਾ ਬੈਨਰਜੀ ਤਾਂ ਨੰਗੇ ਧੜ ਲੜ ਗਏ ਸੀ। ਪੰਜਾਬ ਦੇ ਅੰਦਰ ਅਜਿਹਾ ਨੰਗੇ ਧੜ ਲੜਨ ਵਾਲਾ ਲੀਡਰ ਕੌਣ ਆ? ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ, ਅਗਰ ਕੋਈ ਉਸ ਤਰੀਕੇ ਦੇ ਨਾਲ ਉਨੇ ਐਗਰੈਸ਼ਨ ਦੇ ਨਾਲ ਆ ਕੇ ਲੜਦਾ ਹੈ। ਪਰ ਬੀਜੇਪੀ ਹਰ ਹੱਦ ਤੱਕ ਉਹਨੂੰ ਟਾਰਗੇਟ ਕਰਨ ਗਈ ਸੀ ਮਮਤਾ ਬੈਨਰਜੀ ਨੂੰ, ਪਰ ਮਮਤਾ ਬੈਨਰਜੀ ਲੜੇ। ਕੀ ਹੁਣ ਇੱਥੇ ਪੰਜਾਬ ਦੇ ਅੰਦਰ ਵੀ ਜਿਹੜੀਆਂ ਵੀ ਪਾਰਟੀਆਂ ਨੇ, ਜੇ ਸ਼੍ਰੋਮਣੀ ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਪਾਰਟੀ ਹੈ, ਉਹਨਾਂ ਦਾ ਮਮਤਾ ਬੈਨਰਜੀ ਕੌਣ ਹੋਏਗਾ? ਕੇਜਰੀਵਾਲ ਹੋਣਗੇ, ਚੰਨੀ ਹੋਣਗੇ, ਸਿੱਧੂ ਹੋਣਗੇ, ਸੁਖਬੀਰ ਬਾਦਲ ਹੋਣਗੇ? ਸਵਾਲ ਇਹ ਆ, ਕਿਉਂਕਿ ਇੱਕੋ ਹੀ ਉਹ ਹੋਏਗਾ ਜਿਹੜਾ ਉਸ ਤਰੀਕੇ ਦੇ ਨਾਲ ਲੜ ਕੇ ਲੜਾਈ ਨੂੰ, ਕਈ ਵਾਰ ਇਹ ਕਿਹਾ ਜਾਂਦਾ ਰਾਜਨੀਤੀ 'ਚ ਹੁੰਦਾ ਹੈਗਾ ਕਿ ਜਿਹੜਾ ਦੁਸ਼ਮਣ ਨਹੀਂ ਆ ਉਹਨੂੰ ਕ੍ਰੀਏਟ ਕਰ ਲਓ ਹਵਾ 'ਚ। ਮੰਨ ਲਓ ਬੀਜੇਪੀ ਸਾਰੀਆਂ ਸੀਟਾਂ ਟਰਾਂਸਲੇਟ ਨਹੀਂ ਕਰ ਸਕਦੀ, ਪਰ ਬੀਜੇਪੀ ਦੇ ਖਿਲਾਫ ਇੱਕ ਨੈਰੇਟਿਵ ਆ, ਅਗਰ ਉਹ ਨੈਰੇਟਿਵ ਦੇ ਉੱਤੇ ਕੋਈ ਉਸ ਤਰੀਕੇ ਦੇ ਨਾਲ ਰਿਸਪੌਂਡ ਕਰੇਗਾ ਤਾਂ ਉਹਦੀ ਇਮੇਜ ਵੀ ਵੱਡੀ ਹੋਏਗੀ। ਪਰ ਕੀ ਇਸ ਤਰ੍ਹਾਂ ਦੇ ਲੀਡਰ ਹੈ ਕਿ ਜਿਹੜੀ ਕਿਸਾਨਾਂ ਦੀ ਪਾਰਟੀ ਬਣ ਸਕਦੀ ਹੈ? ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਪੱਤੇ ਆਉਣ ਵਾਲੇ ਦਿਨਾਂ 'ਚ ਖੁੱਲਣਗੇ। ਯਾਦਵਿੰਦਰ ਜੀ, ਜੇਕਰ ਬੰਗਾਲ ਨੂੰ ਤੇ ਪੰਜਾਬ ਨੂੰ ਹਲਕਿਆਂ ਵਾਈਜ਼ ਜਾਂ ਖਿੱਤਿਆਂ ਵਾਈਜ਼ ਆਪਾਂ ਡਿਟੇਲ 'ਚ ਦੇਖਣਾ ਹੋਵੇ ਤਾਂ ਦੋਨਾਂ ਦਾ ਕੀ ਕੰਪੈਰੀਜ਼ਨ ਬਣਦਾ? ਦੇਖੋ, ਬੰਗਾਲ ਤੇ ਪੰਜਾਬ ਦਾ ਹਾਲਾਂਕਿ ਨੈਸ਼ਨਲ ਮੂਵਮੈਂਟ 'ਚ ਵੀ ਦੇਖ ਲਓ ਕਿ ਕਿਹਾ ਜਾਂਦਾ ਸੀ ਬੰਗਾਲ ਦਿਮਾਗ ਆ ਤੇ ਪੰਜਾਬ ਸਰੀਰ ਹੈ। ਪੰਜਾਬ 'ਚੋਂ ਭਗਤ ਸਿੰਘ ਹੋਰੀ, ਕਿੰਨੇ ਲੋਕ ਪੰਜਾਬ ਦੀਆਂ, ਕਰਤਾਰ ਸਿੰਘ ਸਰਾਭਾ, ਸ਼ਹੀਦੀਆਂ ਦੀ ਇੱਕ ਪਰੰਪਰਾ ਪੰਜਾਬ ਦੇ ਅੰਦਰ ਲੜੇ ਆਜ਼ਾਦੀ ਦੀ ਲੜਾਈ 'ਚ। ਉਧਰਲੇ ਪਾਸੇ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਦਾ ਕਿਹਾ ਜਾਂਦਾ ਕਿ ਬਹੁਤ ਇੰਟੈਲੈਕਚੁਅਲ ਸੀ। ਇਹ ਕਿਹਾ ਵੀ ਜਾਂਦਾ ਹੈਗਾ ਕਿ ਬੰਗਾਲ ਥਿੰਕ ਟੂਡੇ, ਇੰਡੀਆ ਥਿੰਕ ਟਮਾਰੋ, ਇਸ ਤਰ੍ਹਾਂ ਦਾ ਉਹਨਾਂ ਨੇ ਇੱਕ ਫਰੇਜ਼ ਬਣਾਇਆ ਹੋਇਆ ਹੈਗਾ। ਤਾਂ ਬੰਗਾਲ ਹੋਰ ਤਰ੍ਹਾਂ ਦਾ। ਬੰਗਾਲ 'ਚ ਅੰਗਰੇਜ਼ ਸਭ ਤੋਂ ਪਹਿਲਾਂ ਆਏ, ਪੰਜਾਬ 'ਚ ਅੰਗਰੇਜ਼ ਸਭ ਤੋਂ ਬਾਅਦ ਆਏ। ਇਸ ਦੇਸ਼ ਨੂੰ ਪੂਰਾ ਜਿੱਤਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਕੇ ਕਿ ਸਤਲੁਜ ਤੋਂ ਅੱਗੇ ਨਹੀਂ ਜਾਓਗੇ, ਅੰਗਰੇਜ਼ ਸਭ ਤੋਂ ਲੇਟ ਇੱਥੇ ਆਏ। ਤਾਂ ਦੋਵੇਂ ਖਿੱਤਿਆਂ ਦੇ ਸੁਭਾਵਾਂ 'ਚ ਵੀ ਫਰਕ ਆ, ਬਹੁਤ ਸਾਰਾ ਕੁਝ ਫਰਕ ਹੈ। ਬੰਗਾਲ ਵਰਗਾ ਪੰਜਾਬ ਨਹੀਂ ਹੈਗਾ। ਜਿਵੇਂ ਮੈਂ ਕਹਾਂ ਕਿ ਉੱਥੇ ਇੱਕ ਮਮਤਾ, ਇੱਥੇ ਬਹੁਤ ਸਾਰੇ ਮਮਤਾ ਬਣ ਸਕਦੇ ਨੇ, ਪਰ ਬਣਦੇ ਆ ਜਾਂ ਨਹੀਂ ਬਣਦੇ, ਸਵਾਲ ਇਹ ਆ। ਤਾਂ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਬੰਗਾਲ ਦੇ ਅੰਦਰ ਲੈਫਟ ਵੀ ਸੀ, ਲੈਫਟ ਦਾ ਇੱਕ ਬਹੁਤ ਵੱਡਾ ਪ੍ਰਭਾਵ ਸੀ, ਕਾਂਗਰਸ ਵੀ ਸੀਗੀ, ਮਮਤਾ ਬੈਨਰਜੀ ਵੀ ਸੀ। ਤਾਂ ਕਾਂਗਰਸ ਸਾਫ਼ ਹੋ ਗਈ, ਮਮਤਾ ਬੈਨਰਜੀ ਨੂੰ ਉਹਦਾ ਫਾਇਦਾ ਹੋ ਗਿਆ। ਹੁਣ ਪੰਜਾਬ ਦੇ ਅੰਦਰ ਬੀਜੇਪੀ ਕਿਹਦੇ ਵੋਟ ਬੈਂਕ ਸਭ ਤੋਂ ਵੱਡਾ ਸੰਨ ਲਾਏਗੀ? ਕਿਉਂਕਿ ਜਿਵੇਂ ਮੈਂ ਕਿਹਾ, ਬੀਜੇਪੀ ਦੀਆਂ ਜਿਹੜੀਆਂ ਕੈਲਕੂਲੇਸ਼ਨਾਂ ਹੁੰਦੀਆਂ ਨੇ ਕਾਸਟ ਦੀਆਂ, ਉਹ ਕਹਿੰਦੇ ਰਹਿੰਦੇ ਆ ਕਿ ਅਸੀਂ ਨਹੀਂ, ਇਸ ਤਰ੍ਹਾਂ ਰਾਸ਼ਟਰਵਾਦ ਦੀ ਰਾਜਨੀਤੀ ਕਰਦੇ ਹਾਂ, ਪਰ ਬਹੁਤ ਬਰੀਕੀ ਨਾਲ, ਜਿਵੇਂ 2014 ਤੇ 19 'ਚ ਕੋਈ ਮੰਨ ਰਿਹਾ ਸੀਗਾ ਕਿ ਉਹ ਯੂਪੀ 'ਚੋਂ ਇੰਨੇ ਵੱਡੇ ਪੱਧਰ ਤੇ ਲੋਕ ਸਭਾ ਦੀਆਂ ਸੀਟਾਂ ਲੈ ਜਾਣਗੇ। ਬਹੁਜਨ ਸਮਾਜਵਾਦੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਆਏਗੀ, ਕੋਈ ਸੋਚ ਰਿਹਾ ਸੀਗਾ? ਸਮਾਜਵਾਦੀ ਪਾਰਟੀ ਜਿਹਦਾ ਇੰਨਾ ਆਧਾਰ ਹੋਵੇ, ਕੋਈ ਸੋਚ ਰਿਹਾ ਸੀ ਉਹ ਸਾਫ਼ ਕਰ ਦਿੱਤੀ ਜਾਏਗੀ? ਇਹ ਕੋਈ ਸੋਚ ਨਹੀਂ ਰਿਹਾ ਸੀ। ਪਰ ਬੀਜੇਪੀ ਜਿੱਥੇ ਗਏ, ਅਮਿਤ ਸ਼ਾਹ ਨੂੰ ਇਹ ਕਿਹਾ ਜਾਂਦਾ ਹੈਗਾ ਕਿ ਉਹ ਜਿੱਤਣ ਵਾਲੀ ਮਸ਼ੀਨ ਨੇ ਜਿੱਥੇ ਜਾਂਦੇ ਨੇ। ਹਾਲਾਂਕਿ ਬਹੁਤ ਸਾਰੀਆਂ ਥਾਵਾਂ ਦੇ ਝਟਕੇ ਲੱਗੇ, ਬਿਹਾਰ 'ਚ ਲੱਗਿਆ, ਦਿੱਲੀ 'ਚ ਅਰਵਿੰਦ ਕੇਜਰੀਵਾਲ ਨੇ ਝਟਕਾ ਦਿੱਤਾ। ਤਾਂ ਅਰਵਿੰਦ ਕੇਜਰੀਵਾਲ ਦੀ ਵੀ ਕੀ ਰਣਨੀਤੀ ਹੋਏਗੀ? ਕਿਉਂਕਿ ਸੇਮ ਤਰ੍ਹਾਂ ਦੀ ਬਹੁਤ ਸਾਰਿਆਂ ਦੀ, ਜਿਹੜੀ ਮੈਂ ਖਾਸ ਤੌਰ ਤੇ ਕਹਿਣਾ, ਜਿਹੜਾ ਹਿੰਦੂਆਂ ਤੇ ਕਲੇਮ ਕਰਨ ਦੀ ਰਾਜਨੀਤੀ ਹੈ। ਜਦ ਸਿੱਖ ਵੋਟ ਨੂੰ ਕਿਹਾ ਜਾਂਦਾ ਪੰਜਾਬ 'ਚ ਵੰਡ ਕੇ ਪੈਂਦੀ ਹੈ। ਦਲਿਤ ਵੋਟ ਦੇ ਬਾਰੇ ਕਾਂਗਰਸ ਬੜੀ ਕੌਨਫੀਡੈਂਟ ਹੈ ਕਿ ਇਹਦਾ ਵੱਡਾ ਹਿੱਸਾ ਸਾਡੇ ਕੋਲ ਆਏਗਾ। ਤਾਂ ਹਿੰਦੂ ਵੋਟ ਹੈ ਜਿਹੜੀ, ਹਿੰਦੂ ਵੋਟ ਬਹੁਤ ਸਾਇਲੈਂਟਲੀ ਹੈ, ਵੋਕਲ ਨਹੀਂ ਹੈਗੀ ਕਦੇ ਵੀ। ਹਿੰਦੂ ਕਮਿਊਨਿਟੀ ਕਦੇ ਵੀ ਵੋਕਲ ਨਹੀਂ, ਜਿਵੇਂ ਸਿੱਖ ਹੋਣਗੇ ਜਾਂ ਦਲਿਤਾਂ ਦੇ ਅੰਦਰ ਇੱਕ ਵੋਕਲ ਆਵਾਜ਼ ਹੋਏਗੀ ਕਿਸੇ ਵੀ ਗੱਲ ਨੂੰ ਲੈ ਕੇ, ਉਹ ਬਹੁਤ ਸਾਇਲੈਂਟਲੀ ਕਿਸੇ ਵੀ ਚੀਜ਼ ਤੇ ਰਿਐਕਟ ਕਰਦੇ ਆ। ਤਾਂ ਜਦੋਂ ਉਹ 2014 ਤੇ 19 'ਚ ਪੋਲਰਾਈਜ਼ ਹੋ ਰਹੇ ਸੀ, ਇੱਥੇ ਵੀ ਹੋਣਗੇ। ਪੰਜਾਬ, ਜਿਵੇਂ ਮੈਂ ਕਿਹਾ, ਛੋਟਾ ਸੂਬਾ, ਬੰਗਾਲ ਬਹੁਤ ਵੱਡਾ ਸੂਬਾ, ਇਸੇ ਕਰਕੇ ਉੱਥੇ ਕਿੰਨੇ ਜਿਹੜੇ ਗੇੜਾਂ 'ਚ ਚੋਣਾਂ ਕਰਾਈਆਂ ਸੀ ਜਿਹਦਾ ਮਮਤਾ ਬੈਨਰਜੀ ਨੇ ਵਿਰੋਧ ਕੀਤਾ ਸੀ। ਇੱਥੇ ਵੀ ਮੰਨਿਆ ਜਾ ਰਿਹਾ ਪੰਜਾਬ ਦੇ ਅੰਦਰ ਕਿ ਪੰਜਾਬ 'ਚ ਬੀਜੇਪੀ, ਕਿਉਂਕਿ ਚੋਣ ਕਮਿਸ਼ਨ ਦੇ ਉੱਤੇ ਇਲਜ਼ਾਮ ਲੱਗਦੇ ਨੇ, ਮਮਤਾ ਬੈਨਰਜੀ ਨੇ ਸਿੱਧਾ ਹੀ ਕਿਹਾ ਕਿ ਉਹਨਾਂ ਲਈ ਕੰਮ ਕਰਨ ਲੱਗੇ। ਚੋਣ ਕਮਿਸ਼ਨ ਨੇ ਡੇਟਾਂ ਦੇਣੀਆਂ ਨੇ, ਇਹ ਮੰਨਿਆ ਜਾ ਰਿਹਾ। ਕੋਡ ਆਫ ਕੰਡਕਟ ਕਦੋਂ ਲੱਗਦਾ, ਜਿਵੇਂ ਕਿਹਾ ਜਾ ਰਿਹਾ ਲੱਗ ਜਾਏਗਾ, ਜਨਵਰੀ 'ਚ ਲੱਗ ਜਾਏਗਾ। ਪਰ ਇਲੈਕਸ਼ਨ ਦੇ ਫੇਜ਼ ਹੋਣਗੇ, ਇਲੈਕਸ਼ਨ ਦੇ ਫੇਜ਼ ਪਹਿਲਾਂ ਯੂਪੀ ਵਾਲੇ ਹੋਣਗੇ, ਕਿਉਂਕਿ ਯੂਪੀ ਉਹਨਾਂ ਲਈ ਵੱਡੀ ਲੜਾਈ ਹੈ। ਯੂਪੀ ਦੀ ਲੜਾਈ ਲੜ ਕੇ ਸ਼ਾਇਦ ਉਹ ਪੰਜਾਬ ਆਉਣਗੇ। ਤਾਂ ਪੰਜਾਬ ਦੇ ਅੰਦਰ ਵੋਟਾਂ ਲੇਟ ਹੋ ਸਕਦੀਆਂ ਨੇ, ਯਾਨੀ ਇਹ ਕਿਹਾ ਜਾ ਰਿਹਾ, ਮੰਨਿਆ ਜਾ ਰਿਹਾ, ਚਰਚਾ ਚੱਲ ਰਹੀ ਇਸ ਤਰ੍ਹਾਂ ਦੇ ਨਾਲ ਕਿ ਚੋਣ ਕਮਿਸ਼ਨ ਨੇ ਉਹਦੀ ਡੇਟ ਦੇਣੀ ਹੈਗੀ। ਤਾਂ ਬੰਗਾਲ ਤੇ ਪੰਜਾਬ ਵੱਖੋ ਵੱਖਰੀਆਂ ਧਰਤੀਆਂ ਨੇ, ਵੱਖੋ ਵੱਖਰੀ ਤਸਵੀਰ ਹੈ ਪੰਜਾਬ ਤੇ ਬੰਗਾਲ ਦੀ। ਤੇ ਪਰ ਬੰਗਾਲ ਦੇ ਅੰਦਰ ਬੀਜੇਪੀ 38% ਦੇ ਉੱਤੇ ਜਾ ਕੇ ਖੜੀ ਹੋ ਗਈ ਸੀ 10% ਤੋਂ। 5 ਸਾਲਾਂ ਦੇ ਅੰਦਰ ਪਹਿਲਾਂ 10% ਵੋਟ ਬੈਂਕ ਸੀਗਾ, 38% ਵੋਟ ਬੈਂਕ, ਇੰਨਾ ਵੱਡਾ ਇਹ ਆ। ਤਾਂ ਮੈਨੂੰ ਵੀ ਇਹ ਲੱਗਦਾ, ਜਿਹੜੀ ਮੇਰੀ ਪਰਸਨਲ ਰਾਏ ਹੈ, ਕਿ ਬੀਜੇਪੀ ਸੀਟਾਂ ਕਿੰਨੀਆਂ ਟਰਾਂਸਲੇਟ ਕਰ ਪਾਉਂਦੀ ਹੈ ਪੰਜਾਬ 'ਚ, ਇਹ ਨਹੀਂ ਪਤਾ ਕਿਸੇ ਨੂੰ, ਇਹ ਕਿਸੇ ਨੂੰ ਵੀ ਨਹੀਂ ਪਤਾ ਲੱਗਣਾ, ਇਹ ਤਾਂ ਸਮਾਂ ਦੱਸੇਗਾ। ਪਰ ਬੀਜੇਪੀ ਵੋਟ ਸ਼ੇਅਰ ਵੱਡਾ ਲੈ ਕੇ ਜਾਏਗੀ ਉਹਦੇ 'ਚ। ਜਿਵੇਂ ਮੈਨੂੰ ਲੱਗਦਾ ਹੈਗਾ ਕਿ ਜਿਵੇਂ ਡੇਰੇ ਸਿਰਸੇ ਦੀ ਚਾਬੀ ਅੱਜ ਕਿਹਦੇ ਹੱਥ ਆ? ਡੇਰੇ ਸਿਰਸੇ ਦੀ ਚਾਬੀ ਬੀਜੇਪੀ ਦੇ ਹੱਥ ਆ। ਡੇਰੇ ਸਿਰਸੇ ਦਾ ਇੱਕ ਵੱਡਾ ਪ੍ਰਭਾਵ ਆ ਮਾਲਵਾ 'ਚ। ਤਾਂ ਮਾਲਵੇ ਦੇ ਅੰਦਰ ਬੀਜੇਪੀ ਡੇਰੇ ਸਿਰਸੇ ਨੂੰ ਮੈਨੇਜ ਕਰੇਗੀ, 101% ਕਰੇਗੀ, ਕਿਉਂਕਿ
ਚਾਬੀ ਉਹਨਾਂ ਦੇ ਹੱਥ ਆ, ਸਾਰੇ ਕੇਸ ਉਹਨਾਂ ਦੇ ਹੱਥ ਨੇ, ਸਭ ਕੁਝ ਉਹਨਾਂ ਦੇ ਹੱਥ ਆ, ਹਰਿਆਣੇ 'ਚ ਵੀ ਸੈਂਟਰ 'ਚ ਵੀ। ਦੂਜੇ ਪਾਸੇ ਜਿਹੜੀ ਹਿੰਦੂ ਪੋਲਿਟਿਕਸ ਦਾ ਪੋਲਰਾਈਜੇਸ਼ਨ ਕਰਨਾ, ਪੰਜਾਬ ਬਾਰਡਰ ਸਟੇਟ ਆ, ਬਾਰਡਰ ਸਟੇਟ 'ਚ ਆ ਕੇ ਜਦੋਂ ਤੁਸੀਂ ਬਾਰਡਰ ਸਟੇਟ ਦੇ ਨਾਲ ਬੈਠੀ, ਜਿਵੇਂ ਮੈਂ ਕਹਿੰਦਾ ਹੁੰਨਾ ਗਾ ਕਿ ਪੰਜਾਬ ਨੂੰ ਅਗਰ ਲੁਧਿਆਣੇ ਤੋਂ ਤੁਸੀਂ ਪਠਾਨਕੋਟ ਤੱਕ ਦੇਖੋਗੇ ਹੋਰ ਤਰ੍ਹਾਂ ਦਾ, ਯਾਨੀ ਲੁਧਿਆਣੇ ਤੋਂ ਬਠਿੰਡੇ ਤੱਕ ਦੇਖੋਗੇ ਹੋਰ ਤਰ੍ਹਾਂ ਦਾ ਗਾ। ਉਹਦਾ ਕਾਰਨ ਇਹ ਵੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਜਿੱਥੇ ਤੱਕ ਰਹੀ ਹੈ, ਉੱਥੇ ਲੋਕਾਂ ਦੇ ਸੁਭਾਅ, ਉੱਥੇ ਲੋਕਾਂ ਦੀ ਤਸੀਰ ਵੱਖਰੀ ਹੈਗੀ। ਉਹਨਾਂ ਦੇ ਖੂਨ 'ਚ ਹੋਰ ਤਰ੍ਹਾਂ ਦੀਆਂ ਗੱਲਾਂ ਨੇ, ਉਹਨਾਂ ਨੇ ਲੜਾਈਆਂ ਹੋਰ ਤਰ੍ਹਾਂ ਦੀਆਂ ਲੜੀਆਂ ਹੋਈਆਂ ਨੇ। ਇਸੇ ਕਰਕੇ ਸਭ ਤੋਂ ਪਹਿਲੀ ਮੂਵਮੈਂਟ ਤੁਸੀਂ ਦੇਖੋ, ਗਦਰ ਲਹਿਰ ਦੀ ਗੱਲ ਕਰ ਦਿਓ, ਦੁਆਬੇ ਦੀ ਧਰਤੀ ਦੇ ਉੱਤੋਂ ਕਿੱਡਾ ਵੱਡਾ ਸੰਘਰਸ਼ ਉੱਠਦਾ ਹੈਗਾ। ਮਾਝੇ ਦੇ ਅੰਦਰ, ਮਾਝਾ ਤਾਂ ਮਤਲਬ ਸਟਰਗਲਸ ਦੀ ਲੈਂਡ ਰਿਹਾ ਹੈਗਾ ਹਿਸਟੋਰੀਕਲੀ। ਪੰਜਾਬ ਦੇ ਇਤਿਹਾਸਿਕ ਤੌਰ ਦੇ ਉੱਤੇ ਮਾਝੇ ਦੀ ਧਰਤੀ ਇੱਕ ਬਹੁਤ ਵੱਡੀ ਧਰਤੀ ਰਹੀ ਹੈਗੀ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਮੇਂ ਦੇ ਨਾਲ ਡਿਸਾਈਡ ਹੋਣਗੀਆਂ। ਇਸ ਕਰਕੇ ਜਿਹੜਾ ਬਾਰਡਰ ਏਰੀਆ ਲੱਗਦਾ, ਬਾਰਡਰ ਏਰੀਏ 'ਚ ਵੀ ਖਾਸ ਤੌਰ ਜਿਹੜਾ ਬਾਰਡਰ ਏਰੀਆ ਦਾ ਹਿੰਦੂ ਭਾਈਚਾਰਾ, ਉਹਨਾਂ ਨੂੰ ਵੀ ਬੀਜੇਪੀ, ਜਿਸ ਤਰ੍ਹਾਂ ਦੀ ਬੀਜੇਪੀ ਦੀ ਰਣਨੀਤੀ ਹੈ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੀ ਲਗਾਤਾਰ ਬੋਲ ਰਹੇ ਨੇ, ਜਿਵੇਂ ਮੈਂ ਕਹਿ ਰਿਹਾ ਹੈਗਾ ਕਿ ਬਾਕੀ ਵੋਟ ਬੈਂਕ ਕਿੱਥੇ ਕੰਸੋਲੀਡੇਟ ਅਲੱਗ ਹੁੰਦਾ, ਪੰਜਾਬ ਦੇ ਅੰਦਰ ਜਿਹੜੀ ਵੀ ਪਾਰਟੀ ਨੇ ਹੁਣ ਤੱਕ ਰਾਜ ਕੀਤਾ ਪਿਛਲੇ 20-30 ਸਾਲ 'ਚ, ਉਹ ਹਿੰਦੂ ਨੂੰ ਡਰਾਉਣ ਦੀ ਰਾਜਨੀਤੀ ਕਰਦੀ ਰਹੀ ਹੈ ਕਿ ਜਿਵੇਂ ਇਹ ਆ ਜਾਊਗਾ, ਉਹ ਆ ਜਾਊਗਾ, ਉਹ ਆ ਕੇ ਇਕੱਠੇ ਹੋ ਕੇ ਤੁਹਾਨੂੰ ਪੈ ਜਾਣ। ਕਾਂਗਰਸ ਨੇ ਪੰਜਾਬ ਦੇ ਅੰਦਰ ਜਦੋਂ ਖਾੜਕੂਵਾਦ ਦੇ ਦਿਨ ਸੀ, ਉਦੋਂ ਕਾਂਗਰਸ ਦਾ, ਪੰਜਾਬ ਦਾ ਹਿੰਦੂ ਕਾਂਗਰਸ ਨੂੰ ਆਪਣੀ ਪਾਰਟੀ ਮੰਨਦਾ ਸੀਗਾ। ਪਰ 2014 ਤੇ 19 ਜਦੋਂ ਉਹਨੂੰ ਸਟਰੋਂਗ ਲੀਡਰ ਮੋਦੀ ਦੇਖਿਆ ਤਾਂ ਉਹਨਾਂ ਨੇ ਮੋਦੀ ਦੇ ਨਾਂ 'ਤੇ ਵੋਟਿੰਗ ਕੀਤੀ। ਤਾਂ 2022 ਦੇ ਅੰਦਰ ਉਹ ਵੋਟਿੰਗ ਕਿਵੇਂ ਕਰਦੇ ਨੇ, ਬੜਾ ਇੰਪੋਰਟੈਂਟ ਹੋਏਗਾ। ਔਰ ਡੇਰੇ ਤੇ ਸਾਨੂੰ ਪਤਾ ਲੱਗਿਆ ਕਿ ਉਹ ਦਲਿਤਾਂ 'ਚ ਹਰ ਥਾਂ ਦੇ ਉੱਤੇ ਬੀਜੇਪੀ ਸੰਨ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਰਾਜਨੀਤੀ ਤੇ ਮੈਂ ਅਕਸਰ ਕਹਿਣਾ ਹੁੰਦਾ, ਰਾਜਨੀਤੀ 'ਚ ਕੋਈ ਸਥਿਰ ਨਹੀਂ ਹੁੰਦਾ ਕਿ ਜੋ ਅੱਜ ਕਹਿ ਰਹੇ ਹੋ ਕੱਲ੍ਹ ਨਹੀਂ ਹੋ ਸਕਦਾ। ਕੱਲ੍ਹ ਨੂੰ ਇੱਕ ਘਟਨਾ ਦੇ ਨਾਲ ਪੂਰੀ ਸਿਚੁਏਸ਼ਨ ਬਦਲ ਜੀ। ਤਾਂ ਉਸ ਸਿਚੁਏਸ਼ਨ ਦੇ ਹਿਸਾਬ ਨਾਲ ਆਪਾਂ ਅੱਗੇ ਵੀ ਵਿਸ਼ਲੇਸ਼ਣ ਕਰਦੇ ਰਹਾਂਗੇ।